ਹੁਣ ਇੱਥੇ ਇੱਕ ਨੁਕਤਾ ਤੁਹਾਡੇ ਨਾਲ ਸਾਂਝੇ ਕਰਦਾ। ਬਹੁਤ ਹੀ ਵਾਰੀ ਐਸਾ ਹੁੰਦਾ ਹੈ ਕਿ ਤੁਸੀਂ ਕਿਸੇ ਦਾ ਬੁਰਾ ਨਹੀਂ ਕਰਦੇ, ਤੁਸੀਂ ਕਿਸੇ ਨੂੰ ਮਾੜਾ ਨਹੀਂ ਬੋਲਦੇ, ਤੁਸੀਂ ਕਦੀ ਕਿਸੇ ਦੀ ਨਿੰਦਾ ਨਹੀਂ ਕੀਤੀ, ਪਰ ਕੋਈ ਵਿਅਕਤੀ ਤੁਹਾਡੇ ਨਿੰਦਾ ਕਰਦਾ, ਤੁਹਾਡੇ ਬਾਰੇ ਗਲਤ ਬਿਆਨਬਾਜ਼ੀ ਕਰਦਾ, ਤੁਹਾਡਾ ਬੁਰਾ ਚਿਤਵਦਾ ਹੈ, ਉਹਦੇ ਨਾਲ ਕਿਵੇਂ ਨਜਿੱਠਿਆ ਜਾਏ ਜਾਂ ਉਹਦੇ ਨਾਲ ਕੈਸਾ ਵਿਵਹਾਰ ਕੀਤਾ ਜਾਏ। ਆਮ ਤੌਰ ਤੇ ਆਪਾਂ ਕਹਿੰਦੇ ਜੈਸੇ ਨੂੰ ਤੈਸਾ, ਵੀ ਜੋ ਜੈਸਾ ਤੁਹਾਡੇ ਨਾਲ ਹੈ ਤੁਸੀਂ ਉਹਦੇ ਨਾਲ ਵੈਸੇ ਹੋ ਜਾਓ। ਜੋ ਜੈਸਾ ਤੁਹਾਡੇ ਨਾਲ ਵਿਵਹਾਰ ਕਰਦਾ ਤੁਸੀਂ ਉਹਦੇ ਨਾਲ ਵੈਸਾ ਵਿਵਹਾਰ ਕਰੋ। ਅਗਰ ਕੋਈ ਮਿੱਠਾ ਬੋਲਦਾ ਮਿੱਠਾ ਬੋਲੋ, ਚੰਗਾ ਵਿਵਹਾਰ ਕਰਦਾ ਚੰਗਾ ਕਰੋ, ਚੰਗਾ ਸਲੂਕ ਕਰਦਾ ਚੰਗਾ ਕਰੋ। ਤਾਂ ਜੇਕਰ ਕੋਈ ਬੁਰਾ ਸਲੂਕ ਕਰਦਾ, ਬੁਰੇ ਬੋਲ ਬੋਲਦਾ, ਤੇ ਕੀ ਆਪਾਂ ਉਹਨੂੰ ਬੁਰਾ ਬੋਲੀਏ? ਉਪਰੀ ਤੌਰ ਤੇ ਦੇਖੋਗੇ ਤੇ ਤੁਹਾਨੂੰ ਇਹ ਠੀਕ ਲੱਗੇਗਾ, ਹਾਂ ਜੋ ਜੈਸਾ ਕਰਦਾ ਉਹਦੇ ਨਾਲ ਵੈਸਾ ਹੀ ਹੋਣਾ ਚਾਹੀਦਾ। ਪਰ ਜੇਕਰ ਤੁਸੀਂ ਗੁਰੂ ਕੀ ਪਵਿੱਤਰ ਬਾਣੀ ਪੜ੍ਹਦੇ ਹੋ, ਮਹਾਰਾਜ ਨੂੰ ਪੁੱਛੋ ਸੱਚੇ ਪਾਤਸ਼ਾਹ ਕੋਈ ਬੰਦਾ ਵਿਵਹਾਰ ਮਾੜਾ ਕਰਦਾ ਕਿ ਉਹਦੇ ਨਾਲ ਅਸੀਂ ਮਾੜਾ ਵਿਵਹਾਰ ਕਰੀਏ? ਤੇ ਫਿਰ ਸਤਿਗੁਰੂ ਜੀ ਸਾਨੂੰ ਇੱਕ ਗੱਲ ਸਮਝਾਉਂਦੇ ਨੇ। ਮਹਾਰਾਜ ਕਹਿੰਦੇ ਕਿ ਦੇਖੋ, ਹਰੇਕ ਬੰਦੇ ਦਾ ਆਪਣਾ ਸੁਭਾਅ ਹੁੰਦਾ ਹੈ। ਸੁਭਾਅ, ਉਹ ਸੁਭਾਅ ਤੋਂ ਭਾਵ ਹੈ ਕਿ ਪੱਕੀਆਂ ਹੋਈਆਂ ਆਦਤਾਂ ਜੋ ਪੱਕ ਚੁੱਕੀਆਂ ਨੇ। ਕੁਝ ਐਸਾ ਜੋ ਤੁਸੀਂ ਵਾਰ-ਵਾਰ ਦੁਹਰਾਇਆ ਹੈ, ਉਹ ਇੰਨਾ ਪੱਕਾ ਹੋ ਗਿਆ ਹੈ ਕਿ ਹੁਣ ਛੁੱਟਦਾ ਨਹੀਂ, ਸੁਭਾਅ 'ਚ ਸ਼ਾਮਲ ਹੋ ਗਿਆ। ਉਹ ਚੀਜ਼ਾਂ ਤੁਹਾਡੇ ਸੁਭਾਅ ਦਾ ਰੂਪ ਧਾਰਨ ਕਰਕੇ ਬੈਠ ਗਈਆਂ ਨੇ। ਜਿਹਦਾ ਜੈਸਾ ਸੁਭਾਅ ਹੈ ਉਹ ਵੈਸਾ ਹੀ ਵਿਵਹਾਰ ਕਰਦਾ ਹੈ। ਮਹਾਰਾਜ ਕਹਿੰਦੇ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਇੱਕ ਬਚਨ ਇਹ, ਇੱਕ ਬਚਨ ਕਬੀਰ ਸਾਹਿਬ ਜੀ ਦਾ ਆਪਾਂ ਲੈ ਲੈਂਦੇ ਹਾਂ। ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸੰਤ ਨਾ ਛੱਡੈ ਸੰਤਈ, ਜੋ ਕੋਟਕ ਮਿਲੈ ਅਸੰਤ, ਮਲਿਆਗਰ ਭੁਯੰਗਮ ਬੇਰਿਓ, ਤਉ ਸੀਤਲਤਾ ਨਾ ਤਜੰਤ। ਪਹਿਲਾ ਬਚਨ ਜਿਹੜਾ ਹੈ ਉਹਦੇ ਅੰਦਰ ਮਹਾਰਾਜ ਕਹਿੰਦੇ ਕਿ ਪਰਿਪੂਰਨ ਪ੍ਰਮਾਤਮਾ ਦੇ ਪਿਆਰੇ, ਜਿਨ੍ਹਾਂ ਨੇ ਵਾਹਿਗੁਰੂ ਜੀ ਦੀ ਕਿਰਪਾ ਪ੍ਰਾਪਤ ਕਰ ਲਈ ਹੈ, ਅਗਰ ਉਹਨਾਂ ਦੀ ਕੋਈ ਨਿੰਦਾ ਕਰਦਾ ਹੈ, ਉਹਨਾਂ ਬਾਰੇ ਕੋਈ ਗਲਤ ਬਿਆਨਬਾਜ਼ੀ ਕਰਦਾ ਹੈ, ਉਹਨਾਂ ਦੀ ਬਦਖੋਈ ਕਰਦਾ ਹੈ, ਅਣਹੋਈਆਂ ਗੱਲਾਂ ਉਹਨਾਂ ਬਾਰੇ ਬਣਾ ਕੇ ਅੱਗੇ ਕਰਦਾ ਹੈ, ਮਾੜੇ ਬੋਲ ਮਾੜੇ ਬਚਨ ਮਾੜਾ ਵਿਵਹਾਰ ਕਰਦਾ ਹੈ, ਤੇ ਮਹਾਰਾਜ ਕਹਿੰਦੇ ਉਹਦੇ ਮਾੜੇ ਵਿਵਹਾਰ ਕਰਕੇ ਰੱਬ ਦਾ ਪਿਆਰਾ ਆਪਣਾ ਵਿਵਹਾਰ, ਆਪਣਾ ਸੁਭਾਅ ਨਹੀਂ ਛੱਡਦਾ। ਜੋ ਉਹਦਾ ਸੁਭਾਅ ਹੈ ਉਹਨੇ ਆਪਣੇ ਸੁਭਾਅ ਦੇ ਮੁਤਾਬਕ ਚੱਲਣਾ ਹੈ। ਸ਼ੇਖ ਸ਼ਾਦੀ ਜੀ ਦਾ ਗੁਲਸਤਾ ਬੋਸਤਾਂ ਦੇ ਅੰਦਰ ਇੱਕ ਘਟਨਾ ਦਾ ਜ਼ਿਕਰ ਕਰਦੇ ਨੇ। ਕਹਿੰਦੇ ਇੱਕ ਬਜ਼ੁਰਗ ਵਿਅਕਤੀ ਸ਼ਾਮ ਨੂੰ ਘਰ ਪਰਤਦਾ ਹੈ। ਉਹਦੀ ਨੌਜਵਾਨ ਬੇਟੀ ਬਾਪੂ ਦਾ ਇੰਤਜ਼ਾਰ ਕਰਦੀ ਹੁੰਦੀ ਹੈ ਵੀ ਮੇਰਾ ਬਾਪੂ ਹੁਣ ਆਉਣ ਵਾਲਾ ਹੈ। ਉਡੀਕ 'ਚ ਖੜੀ ਹੁੰਦੀ ਹੈ। ਜਿਵੇਂ ਦਰਵਾਜ਼ਾ ਬਾਪੂ ਖੜਕਾਉਂਦਾ ਹੈ, ਉਹ ਬੜੇ ਚਾਅ ਨਾਲ, ਖੁਸ਼ੀ ਨਾਲ ਛੇਤੀ ਦੌੜ ਕੇ ਦਰਵਾਜ਼ਾ ਖੋਲ੍ਹਦੀ ਹੈ, ਬਾਪੂ ਨੂੰ ਮਿਲਦੀ ਹੈ। ਅਚਾਨਕ ਬੇਟੀ ਦਾ ਧਿਆਨ ਆਪਣੇ ਬਾਪੂ ਦੇ ਪੈਰ ਵੱਲ ਜਾਂਦਾ ਹੈ, ਤੇ ਪੈਰ ਬਾਪੂ ਦਾ ਹੋਇਆ ਹੁੰਦਾ ਲਹੂ ਲੁਹਾਨ, ਲਹੂ ਵਗਦਾ ਹੁੰਦਾ। ਬੇਟੀ ਦੇਖਦੀ ਹੈ ਤੇ ਪੁੱਛਦੀ ਹੈ, ਬਾਪੂ ਜੀ ਆਹ ਪੈਰ ਤੇ ਕਿਉਂ ਹੈ?
तो अगों वो जवाब दिंदा है, कहंदा है कुत्ते ने कट खादा है। हुण बेटी बड़े रौब नाल भर जाती है, कहन लगी बापू जी रब ने तुहानू दंद नहीं दिते? कहंदी तुहानू दंद नहीं दिते, कुत्ते ने तुहानू कट खादा, तुसीं कुत्ते नू कट खाना सी। जैसे नू तैसा। हुण अगों बुजुर्ग की जवाब दिंदा है, कहंदा भी पुत्तर दंद ते रब ने मैनू भी दिते ने, पर मैं कुत्ता नहीं हाँ। उन्हें जरूरी नहीं हैगा कि जो तुहाडे नाल जैसा व्यवहार करदा तुसीं उहदे नाल वैसा व्यवहार करो। अगर किसी ने तुहाडे नाल गलत किया है तो ये जरूरी नहीं कि तुसीं भी उहदे नाल गलत करो। अगर कोई तुहाडी निंदा बदखोई करदा तो जरूरी नहीं तुसीं उहदी निंदा बदखोई करो। कोई तुहाडे बारे गलत बयानबाजी करदा तो इहदा अर्थ नहीं कि तुसीं भी उहदे नाल गलत बयानबाजी करो। हर जन राम नाम गुण गावै, जे कोई निंद करे हर जन की अपना गुण ना गवावै। रब दा प्यारा अपने चंगे सुभाव नूं त्यागदा नहीं किसी भी कीमत ते। कबीर साहब जी कहंदे कि जिहड़ा रब दा प्यारा है, संत है, गुरमुख है, भगत है, भावें सैकड़े माड़े बंदे, हज़ारां माड़े बंदे, करोड़ां माड़े बंदे उन्होंने मिल जाण, वो फिर भी अपने चंगे सुभाव नूं त्यागदा नहीं, छड्डदा नहीं। किवें? जिस प्रकार मलयागर, मलयागर मीन चंदन, भुजंगम, भुजंगम दा अर्थ हुंदा सप। कहंदे जदों सप जहर नाल भरिया हुंदा नक्को नक, ते एक वक्त आउंदा है जदों ओहदा जहर ही उहनूं साड़ना शुरू कर दिंदा, उहनूं जलाना शुरू कर दिंदा, उहनूं ही तकलीफ देनी शुरू कर दिंदा। जदों सड़दा है, जलदा है, ते फिर वो चंदन की भाल करदा है भी किते चंदन लभ जाए ते मैं चंदन दे चार छुपेरे लिपट जा, जिस दे नाल मैनू थोड़ी शीतलता मिल जाए, ठंडक मिल जाए। कबीर साहब जी कहंदे कि सप जिहड़े ने वो चंदन नाल लिपट जांदे ने। एक पासे जहर है, एक पासे अमृत है। मलयागर चंदन अमृत है, दूजे पासे सप जहर नाल भरिया होया है। पर फिर भी कबीर साहब जी कहंदे मलयागर भुजंगम बेरियो, भावां कि मलयागर दे चार छुपेरे सप ने, पर फिर भी जिहड़ा मलयागर है वो अपनी शीतलता नूं नहीं छड्डदा, नहीं त्यागदा। कोई बुरा व्यवहार करता है तो उहदे नाल वैसा ही व्यवहार किया जाए, ये कोई जरूरी नहीं है। बल्कि तुसी अपने चंगे सुभाव नूं संभाल के रखो। कोई तुहाडे घर आउंदा है, तुसी उहदी बड़ी आओ भगत करदे हो, बड़ा चाव है तुहानूं, तुसी उहदी बड़ी आओ भगत कीती, दूजे दिन दूजी बारी फिर आया, कदी कदार फिर तुसी सेवा कीती, तीजी बारी फिर आया, फिर तुसी बड़ी सेवा कीती। मौका बन गया तुसी उहदे घर चले गए। हुण जो तुसी उहदे घर गए ते उहने तुहाडे नाल वैसा नहीं कीता जैसा तुसी उहदे नाल कीता सी। ना कोई आओ भगत, ना कोई सेवा बाड़ी, ना कोई खाण नूं, ना कोई पीण नूं। उहने ते चंगी तरह पुछया भी नहीं भी भाई बैठ जा। तुहानूं बड़ा गुस्सा लगा बई देख मेरे कोल जिन्नी रियाया है मैं किन्नी सेवा कीती है, पर मेरे आउण नाल इहनूं कोई चाओ, कोई खुशी तो नहीं, पर चलो बाहरों ही
ਬੰਦਾ ਕਈ ਵਾਰੀ ਕਹਿ ਦਿੰਦਾ ਵੀ ਜਿੰਨਾ ਮਾਣ ਸਤਿਕਾਰ, ਜਿੰਨੀ ਇੱਜ਼ਤ ਮੈਂ ਦਿੱਤੀ, ਇਹਨੇ ਉਹਦਾ 10ਵਾਂ ਹਿੱਸਾ ਵੀ ਨਹੀਂ ਮੈਨੂੰ ਦਿੱਤੀ। ਜਿੰਨੀ ਆਓ ਭਗਤ ਮੈਂ ਕੀਤੀ, ਇਹਨੇ ਤੇ ਕੱਖ ਵੀ ਨਹੀਂ ਕੀਤਾ। ਮਨ 'ਚ ਉਸੇ ਵਕਤ ਵਿਚਾਰ ਆਇਆ ਕਿ ਲੈ ਹੁਣ ਜਦੋਂ ਮੇਰੇ ਘਰ ਵੀ ਆਏਗਾ ਮੈਂ ਵੀ ਐਵੇਂ ਕਰਾਂਗਾ। ਹੁਣ ਜੇਕਰ ਉੱਪਰੀ ਤੌਰ ਤੇ ਦੇਖੋਗੇ ਤਾਂ ਤੁਹਾਨੂੰ ਠੀਕ ਲੱਗੇਗਾ ਬਈ ਉਹਨੇ ਹੋਰ ਕਰਨਾ ਵੀ ਕੀ ਸੀ, ਇਹੀ ਕਹਿੰਦਾ ਜਦੋਂ ਅਗਲੇ ਬੰਦੇ ਨੇ ਕੋਈ ਮਾਣ ਸਤਿਕਾਰ ਇੱਜ਼ਤ ਦਿੱਤਾ ਹੀ ਨਹੀਂ, ਪਰ ਆਪਾਂ ਐਵੇਂ ਕਰੀ ਜਾਈਏ। ਪਰ ਅਸਲ ਮਾਇਨਿਆਂ 'ਚ ਉੱਪਰੋਂ ਦੇਖੋਗੇ ਤੇ ਠੀਕ ਲੱਗੇਗਾ, ਪਰ ਜਰਾ ਥੋੜਾ ਗਹਿਰਾਈ 'ਚ ਸੋਚੋ। ਤੁਸੀਂ ਜੇਕਰ ਉਸ ਬੰਦੇ ਦੀ 5 ਵਾਰੀ ਆਓ ਭਗਤ ਕੀਤੀ ਹੈ, ਉਹਨੇ ਤੁਹਾਡੇ ਕਰਕੇ, ਤੁਸੀਂ 5 ਵਾਰੀ ਉਹਦੀ ਸੇਵਾ ਕੀਤੀ ਹੈ, 6 ਵਾਰੀ 10 ਵਾਰੀ ਸੇਵਾ ਕੀਤੀ, ਉਹਨੇ ਤੁਹਾਡੇ ਕਰਕੇ ਆਪਣੇ ਮਾੜੇ ਸੁਭਾਅ ਨੂੰ ਨਹੀਂ ਛੱਡਿਆ ਬਈ ਇੰਨੇ ਬੰਦੇ ਨੇ ਮੇਰੀ ਸੇਵਾ ਕੀਤੀ ਸੀ, ਚਲੋ ਮੈਂ ਪੁੱਛ ਹੀ ਲਾਂ, ਬੈਠ ਹੀ ਜਾ, ਇੰਨਾ ਹੀ ਬੜਾ ਹੁੰਦਾ। ਪਰ ਉਸਨੇ ਤੁਹਾਡਾ ਇੱਕ ਵਾਰੀ ਅਪਮਾਨ ਕੀਤਾ, ਤੁਹਾਨੂੰ ਅਪਮਾਨ ਲੱਗਾ ਆਪਣਾ, ਕਿਉਂਕਿ ਉਹਨੇ ਤੁਹਾਨੂੰ ਪੁੱਛਿਆ ਹੀ ਨਹੀਂ। ਉਹਦੇ ਮਾੜੇ ਸੁਭਾਅ ਕਾਰਨ ਸਿਰਫ ਇੱਕ ਵਾਰੀ ਉਹਨੇ ਤੁਹਾਡੇ ਨਾਲ ਮਾੜਾ ਕੰਮ ਕੀਤਾ ਤੇ ਤੁਸੀਂ ਆਪਣੇ ਚੰਗੇ ਸੁਭਾਅ ਨੂੰ ਛੱਡ ਦਿੱਤਾ ਵੀ ਲੈ ਹੁਣ ਤੂੰ ਮੇਰੇ ਘਰ ਆਏਗਾ ਮੈਂ ਵੀ ਤੇਰੇ ਨਾਲ ਐਵੇਂ ਹੀ ਕਰਨਾ। ਮਨ ਸੋਚਿਆ ਤੁਸੀਂ, ਤਾਂ ਇਹਦਾ ਅਰਥ ਕੀ ਹੋਇਆ? ਬੁਰਾਈ ਜਿੱਤ ਗਈ, ਜਿਹੜੀ ਅੱਛਾਈ ਸੀ ਉਹ ਹਾਰ ਗਈ। ਉਹ ਬੁਰਾ ਜਿੱਤ ਗਿਆ ਕਿਉਂਕਿ ਉਹਨੇ ਬੁਰੇ ਨੇ ਤੁਹਾਨੂੰ ਬਦਲ ਦਿੱਤਾ, ਬੁਰੇ ਨੇ ਤੁਹਾਨੂੰ ਵੀ ਆਪਣੇ ਵਰਗਾ ਬਣਾ ਲਿਆ। ਤੁਸੀਂ ਪਹਿਲਾਂ ਉਹ ਭਗਤ ਕਰਦੇ ਸੀ, ਹੁਣ ਤੁਸੀਂ ਕਹਿੰਦੇ ਮੈਂ ਨਹੀਂ ਕਰਦਾ, ਛੱਡ ਦਿੱਤੇ। ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਮਲਿਆਗਰ ਹੈ ਉਹਦੇ 4 ਛੁਪੇਰੇ ਸੱਪ ਨੇ, ਪਰ ਸੱਪ ਹੋਣ ਦੇ ਬਾਵਜੂਦ ਵੀ ਉਹ ਆਪਣੀ ਸ਼ੀਤਲਤਾ ਨਹੀਂ ਛੱਡਦਾ। ਇਸੇ ਤਰ੍ਹਾਂ ਸੰਤ ਸੁਭਾਉ ਵਿਅਕਤੀ, ਕਬੀਰ ਸੰਤ ਨਾ ਛਾਡਈ ਸੰਤੀ, ਜੋ ਕੋਟਕ ਮਿਲੈ ਅਸੰਤ। ਭਾਵੇਂ ਜਿੰਨੇ ਮਰਜ਼ੀ ਮਾੜੇ ਬੰਦੇ ਮਿਲ ਪੈਣ, ਉਹ ਆਪਣੇ ਸ਼ੀਤਲ ਸੁਭਾਅ ਨੂੰ ਨਹੀਂ ਤਿਆਗਦਾ। ਬੁਰਾ ਬੋਲਿਆ, ਤੁਸੀਂ ਵੀ ਅੱਗੋਂ ਬੁਰਾ ਬੋਲਣਾ ਸ਼ੁਰੂ ਕਰ ਦਿੱਤਾ, ਮਾੜਾ ਵਿਵਹਾਰ ਕੀਤਾ, ਤੁਸੀਂ ਵੀ ਮਾੜਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਆਮ ਤੌਰ ਤੇ ਸੰਸਾਰ ਇਹੀ ਗੱਲ ਕਹਿੰਦਾ ਹੈ ਵੀ ਜੋ ਜੈਸਾ ਕਰਦਾ ਉਹਦੇ ਨਾਲ ਵੈਸਾ ਕਰੋ। ਪਰ ਜਦੋਂ ਤੁਸੀਂ ਧਰਮ ਦੇ ਰਾਹ ਤੇ ਚੱਲਦੇ ਹੋ, ਧਰਮੀ ਬਣ ਜਾਂਦੇ ਹੋ, ਫਿਰ ਤੁਹਾਡਾ ਦੁਨੀਆ ਨਾਲੋਂ ਸੁਭਾਅ ਅਲੱਗਾ ਹੋਣਾ ਚਾਹੀਦਾ ਨਾ। ਤੇ ਜੇਕਰ ਤੁਸੀਂ ਦੁਨੀਆ ਵਾਲਾ ਹੀ ਸੁਭਾਅ ਆਪਣਾ ਰੱਖਿਆ ਤਾਂ ਫਿਰ ਫਾਇਦਾ ਕੀ ਹੈ? ਮਹਾਰਾਜ ਤੇ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਤੇ ਇਹ ਤੇ ਚਾਲ ਨਿਰਾਲੀ ਹੁੰਦੀ ਹੈ ਜੀਵਨ, ਜਿਹੜੇ ਕਿਰਦਾਰ ਤੁਹਾਡਾ, ਚਰਿੱਤਰ ਤੁਹਾਡਾ, ਵਿਵਹਾਰ ਤੁਹਾਡਾ, ਸੁਭਾਅ ਤੁਹਾਡਾ, ਇਹਨੂੰ ਤੇ ਮਹਾਰਾਜ ਕਹਿੰਦੇ ਚਾਲ। ਕਿ ਜਿਹੜੇ ਭਗਤ ਨੇ ਉਹਨਾਂ ਦੀ ਚਾਲ ਵੱਖਰੀ ਹੈ, ਦੁਨੀਆ ਤੋਂ ਅਲੱਗਾ ਹੈ। ਸਾਡੇ ਘਰ ਦੇ ਅੰਦਰ ਖਾਸ ਕਰਕੇ ਪਰਿਵਾਰ ਦੇ ਅੰਦਰ ਪਤੀ ਔਰ ਪਤਨੀ ਦੇ ਅੰਦਰ ਇਹੀ ਝਗੜਾ ਚੱਲਦਾ ਰਹਿੰਦਾ ਹੈ, ਕਿਉਂਕਿ ਉਹ ਸੋਚਦਾ ਜੋ ਮੇਰੇ ਨਾਲ ਹੋਏਗਾ ਮੈਂ ਉਹ ਕਰਾਂਗਾ, ਦੂਜਾ ਸੋਚਦਾ ਜੋ ਮੇਰੇ ਨਾਲ ਹੋਏਗਾ ਮੈਂ ਉਹ ਕਰਾਂਗਾ। ਪਰ ਗੁਰਮੁਖ ਪਿਆਰਿਓ, ਮਹਾਰਾਜ ਕਹਿੰਦੇ ਨਹੀਂ, ਤੁਸੀਂ ਚੰਗੇ ਸੁਭਾਅ ਦੇ ਧਾਰਨੀ ਹੋ ਤੇ ਆਪਣੇ ਸੁਭਾਅ ਨੂੰ ਬਰਕਰਾਰ ਰੱਖੋ। ਕਿਸੇ ਮਾੜੇ ਬੰਦੇ ਕਰਕੇ ਆਪਣਾ ਚੰਗਾ ਸੁਭਾਅ ਨਾ ਛੱਡੋ। ਤੇ ਜੇਕਰ ਤੁਸੀਂ ਐਸਾ ਕਰ ਦਿੱਤਾ, ਮਾੜੇ ਬੰਦੇ ਕਰਕੇ ਆਪਣਾ ਚੰਗਾ ਸੁਭਾਅ ਛੱਡ ਦਿੱਤਾ, ਤੇ ਫਿਰ ਇਹ ਬਹੁਤ ਘਾਟੇ ਦਾ ਸੌਦਾ ਹੋ ਜਾਣਾ। ਕਦੀ ਵੀ ਐਸਾ ਨਾ ਕਰੋ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਤੇ ਕਈ ਵਾਰੀ ਐਸਾ ਵੀ ਹੋ ਜਾਂਦਾ ਹੈ, ਸੁਣਨ ਨੂੰ ਆਉਂਦਾ ਵੀ ਤੁਸੀਂ ਚੰਗਾ ਕਰੋ, ਦੂਜਾ ਤੁਹਾਡੇ ਨਾਲ ਚੰਗਾ ਕਰੇਗਾ। ਸੁਣਦੇ ਆਪਾਂ। ਔਰ ਕਈ ਵਾਰੀ ਆਪਾਂ ਚੰਗਾ ਹੀ ਤਾਂ ਕਰਦੇ ਹਾਂ ਕਿਉਂਕਿ ਸਾਨੂੰ ਉਮੀਦ ਹੁੰਦੀ ਹੈ ਅਗਲਾ ਬੰਦਾ ਸਾਡੇ ਨਾਲ ਚੰਗਾ ਕਰੇਗਾ। ਤੁਸੀਂ ਭਲਾ ਕੀਤਾ 1 ਵਾਰੀ, 2 ਵਾਰੀ, 4 ਵਾਰੀ, 5 ਵਾਰੀ, ਅਗਲੇ ਬੰਦੇ ਨੇ ਫਿਰ ਵੀ ਤੁਹਾਡਾ ਭਲਾ ਨਹੀਂ ਕੀਤਾ।
ਹੁਣ ਇੱਥੇ ਇਹ ਵੀ ਗੱਲ ਧਿਆਨ 'ਚ ਲੈ ਲਿਓ, ਮੈਂ ਆਰੰਭ ਵਿੱਚ ਬੇਨਤੀ ਕੀਤੀ ਸੀ ਵੀ ਗੱਲ ਸੁਭਾਅ ਦੀ ਹੈ। ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਕਿਸੇ ਨਾਲ ਚੰਗਾ ਵਿਵਹਾਰ ਕਰਦੇ ਹੋ ਤੇ ਅਗਲਾ ਬੰਦਾ ਵੀ ਤੁਹਾਡੇ ਨਾਲ ਚੰਗਾ ਕਰੇਗਾ, ਨਹੀਂ, ਇਹ ਕੋਈ ਜ਼ਰੂਰੀ ਨਹੀਂ ਹੈਗਾ। ਕਈ ਵਾਰੀ ਐਸਾ ਹੋ ਜਾਂਦਾ ਹੈ, ਕਈ ਵਾਰੀ ਗੱਲਬਾਤ ਕਰਦੇ ਹਾਂ, ਕਈ ਸੱਜਣੇ ਕਹਿ ਵੀ ਦਿੰਦੇ ਨੇ, ਭਾਈ ਸਾਹਿਬ ਜੀ ਮੈਂ 1 ਵਾਰੀ ਨਹੀਂ, 2 ਵਾਰੀ ਨਹੀਂ, 3 ਵਾਰੀ ਨਹੀਂ, 5 ਵਾਰੀ ਨਹੀਂ, 10 ਵਾਰੀ ਮੈਂ ਤੇ ਕਦੀ ਮਾੜਾ ਬੋਲੇ ਹੀ ਨਹੀਂ ਇਹਨੂੰ, ਮੈਂ ਤੇ ਚੰਗਾ ਬੋਲਦਾ ਪਰ ਇਹਨੂੰ ਵੀ ਚਾਹੀਦਾ ਨਾ ਭਈ ਇਹ ਵੀ ਮੇਰੇ ਨਾਲ ਚੰਗਾ, ਮੈਂ ਕਿੰਨੀ ਕੁ ਵਾਰੀ ਚੰਗਾ ਕਰਾਂਗਾ, ਆਖਰਕਾਰ ਮੈਂ ਵੀ ਇਨਸਾਨ ਹੀ ਹਾਂ। ਤੋ ਗੁਰਮੁਖ ਪਿਆਰਿਓ ਇਹ ਗੱਲ ਯਾਦ ਰੱਖੋ, ਤੁਸੀਂ ਚੰਗਾ ਇਸ ਕਰਕੇ ਨਹੀਂ ਕਰਨਾ ਕਿ ਕੋਈ ਤੁਹਾਡੇ ਨਾਲ ਚੰਗਾ ਕਰੇ, ਤੁਸੀਂ ਭਲਾ ਇਸ ਕਰਕੇ ਨਹੀਂ ਕਰਨਾ ਕਿ ਕੋਈ ਤੁਹਾਡਾ ਭਲਾ ਕਰੇ, ਤੁਸੀਂ ਚੰਗਾ ਵਿਵਹਾਰ ਇਸ ਕਰਕੇ ਨਹੀਂ ਕਰਨਾ ਕਿ ਕੋਈ ਤੁਹਾਡੇ ਨਾਲ ਚੰਗਾ ਵਿਵਹਾਰ ਕਰੇ। ਅਗਰ ਐਸਾ ਕਰਦੇ ਹੋ ਤੇ ਤੁਹਾਨੂੰ ਦੁਖੀ ਹੋਣਾ ਪਏਗਾ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਜਿਹਦਾ ਤੁਸੀਂ ਭਲਾ ਕੀਤਾ ਉਹ ਤੁਹਾਡਾ ਭਲਾ ਹੀ ਕਰੇਗਾ, ਇਹ ਕੋਈ ਜ਼ਰੂਰੀ ਨਹੀਂ ਹੈਗਾ। ਫੁੱਲ ਦਾ ਕੰਮ ਕੀ ਹੈ? ਸੁਗੰਧੀ ਵੰਡਣਾ। ਸੂਰਜ ਦਾ ਕੰਮ ਕੀ ਹੈ? ਪ੍ਰਕਾਸ਼ ਵੰਡਣਾ। ਪਾਣੀ ਦਾ ਕੰਮ ਕੀ ਹੈ? ਪਿਆਸ ਬੁਝਾਉਣਾ। ਕਦੀ ਸੂਰਜ ਨੇ ਕਿਸੇ ਤੋਂ ਉਮੀਦ ਨਹੀਂ ਕੀਤੀ ਵੀ ਮੈਂ ਇਹਨੂੰ ਪ੍ਰਕਾਸ਼ ਦੇ ਰਿਹਾ, ਕੱਲ ਨੂੰ ਮੈਨੂੰ ਲੋੜ ਪੈ ਗਈ ਮੇਰਾ ਭਲਾ ਕਰੇਗਾ। ਫੁੱਲ ਜਦੋਂ ਸੁਗੰਧ ਨਾਲ ਭਰ ਜਾਂਦਾ ਉਹਦੀ ਸੁਗੰਧ ਡੁੱਲਦੀ ਹੈ, ਉਹ ਇਸੇ ਕਰਕੇ ਸੁਗੰਧ ਨਹੀਂ ਦੇ ਰਿਹਾ ਕਿ ਕੱਲ ਨੂੰ ਤੁਸੀਂ ਉਹਦਾ ਭਲਾ ਕਰੋਗੇ, ਇਹ ਤੇ ਉਹਦਾ ਸੁਭਾਅ ਹੈ। ਮਹਾਰਾਜ ਕਹਿੰਦੇ ਸਿੱਖ ਦਾ ਸੁਭਾਅ ਕੀ ਹੈ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਸਿੱਖ ਦਾ ਸੁਭਾਅ ਭਲਾ ਮੰਗਣਾ ਹੈ, ਬਸ ਭਲਾ ਕਰਨਾ ਹੈ ਬਸ। ਉਹ ਇਸ ਕਰਕੇ ਨਹੀਂ ਭਲਾ ਕਰਦਾ ਕਿ ਕੋਈ ਉਹਦਾ ਭਲਾ ਕਰੇਗਾ। ਕੋਈ ਨਿਉਂਦਰਾ ਭਾਜੀ ਥੋੜੀ ਹੈ ਵੀ ਤੁਸੀਂ ਉਧਰ ਪਾਇਆ ਤੇ ਉਹ ਕੱਲ ਨੂੰ ਵਧਾ ਕੇ ਤੁਹਾਡੇ ਨਾਲ ਪਾ ਜਾਏਗਾ, ਨਹੀਂ। ਭਲਾ ਕਰੋ ਤੁਸੀਂ, ਚੰਗਾ ਵਿਵਹਾਰ ਕਰੋ ਤੁਸੀਂ, ਪਰ ਜੇਕਰ ਤੁਸੀਂ ਉਮੀਦ ਰੱਖ ਕੇ ਕਰੋਗੇ ਨਾ, ਅਗਲਾ ਬੰਦਾ ਵੀ ਤੁਹਾਡੇ ਨਾਲ ਚੰਗਾ ਕਰੇਗਾ, ਤੁਹਾਨੂੰ ਦੁਖੀ ਹੋਣਾ ਪਏਗਾ। ਘਰਾਂ 'ਚ ਹੀ ਐਸਾ ਗੱਲ ਹੁੰਦੀ ਹੈ, ਤੁਸੀਂ ਕਹਿੰਦੇ ਹੋ ਮੈਂ ਛੋਟੇ ਭਰਾ ਦਾ ਬੜਾ ਕੀਤਾ, ਕਈ ਵਾਰੀ ਛੋਟਾ ਕਹਿੰਦਾ ਮੈਂ ਵੱਡੇ ਦਾ ਬੜਾ ਕੀਤਾ, ਪਰ ਮੈਨੂੰ ਨਹੀਂ ਸੀ ਪਤਾ ਇਹਨੇ ਮੇਰੇ ਨਾਲ ਐਸੇ ਕਰਨਾ ਹੈ। ਹੁੰਦਾ ਨਾ, ਇੱਕ ਮਿੱਤਰ ਕਹਿੰਦਾ ਮੈਂ ਬਹੁਤ ਕੀਤਾ ਜੀ ਉਸਦਾ, ਬਹੁਤ ਕੀਤਾ, ਪਰ ਮੈਨੂੰ ਨਹੀਂ ਸੀ ਪਤਾ ਕਿ ਸਮਾਂ ਆਉਣ ਤੇ ਉਹਨੇ ਮੇਰੇ ਨਾਲ ਆਹ ਕੰਮ ਕਰਨਾ ਹੈ। ਅਗਰ ਤੁਸੀਂ ਇਹ ਉਮੀਦ ਲੈ ਕੇ ਕਰੋਗੇ ਤੇ ਵਕਤ ਆਉਣ ਤੇ ਤੁਹਾਨੂੰ ਦੁਖੀ ਹੋਣਾ ਹੀ ਪਏਗਾ, ਤੁਹਾਨੂੰ ਇਹ ਗੱਲ ਕਹਿਣੀ ਹੀ ਪੈਣੀ ਹੈ ਕਿ ਮੈਂ ਬਹੁਤ ਕੀਤਾ ਸੀ ਉਸਦਾ। ਪਰ ਜੇਕਰ ਤੁਸੀਂ ਕੋਈ ਉਮੀਦ ਰੱਖਦੇ ਹੀ ਨਹੀਂ ਕਿਸੇ ਤੋਂ ਵੀ ਕੋਈ ਤੁਹਾਨੂੰ ਜੈਸਾ ਤੁਸੀਂ ਉਹਦੇ ਨਾਲ ਕਰੋਗੇ ਵੈਸਾ ਤੁਹਾਡੇ ਨਾਲ ਕਰੇਗਾ, ਉਮੀਦ ਹੀ ਨਹੀਂ ਰੱਖਦੇ, ਤੇ ਫਿਰ ਪਿਆਰਿਓ ਤੁਹਾਨੂੰ ਦੁਖੀ ਵੀ ਨਹੀਂ ਹੋਣਾ ਪਏਗਾ। ਤੁਹਾਡਾ ਸੁਭਾਅ ਹੈ ਬਈ ਆਪਾਂ ਤੇ ਭਲਾ ਕਰਨਾ ਹੈ, ਤੁਹਾਡਾ ਸੁਭਾਅ ਹੈ ਆਪਾਂ ਤੇ ਮਿੱਠਾ ਬੋਲਣਾ ਹੈ, ਤੁਹਾਡਾ ਸੁਭਾਅ ਹੈ ਕਿ ਆਪਾਂ ਮਾੜਾ ਸੋਚਣਾ ਨਹੀਂ ਕਿਸੇ ਦਾ, ਤੁਹਾਡਾ ਸੁਭਾਅ ਹੈ ਕਿ ਆਪਾਂ ਕਿਸੇ ਦਾ ਬੁਰਾ ਕਰਨਾ ਹੀ ਨਹੀਂ, ਤੁਹਾਡਾ ਸੁਭਾਅ ਹੈ ਕਿ ਆਪਾਂ ਕਿਸੇ ਦੀ ਨਿੰਦਾ ਕਰਨੀ ਵੀ ਨਹੀਂ। ਅਗਲੇ ਬੰਦੇ ਦੀ ਆਪਣੀ ਇੱਛਾ ਹੈ ਉਹ ਨਿੰਦਾ ਕਰੇ, ਉਹ ਜੋ ਉਹਦਾ ਮਨ ਕਰਦਾ ਉਹ ਕਰੇ, ਪਰ ਮੈਂ ਆਪਣੇ ਆਪ ਨੂੰ ਸਵਾਰਨਾ ਹੈ, ਆਪਣੇ ਆਪ ਨੂੰ ਮੈਂ ਗੁਰੂ ਦੀਆਂ ਨਜ਼ਰਾਂ 'ਚ, ਸਤਿਗੁਰ ਦੀਆਂ ਨਜ਼ਰਾਂ 'ਚ ਮੈਂ ਪ੍ਰਵਾਨ ਹੋ ਜਾ, ਬਾਕੀ ਜੋ ਹੈ ਸੋ ਹੈ। ਤੋ ਪਿਆਰਿਓ ਇਸੇ ਚੀਜ਼ ਨੂੰ ਮਹਾਰਾਜ ਜੀ ਕਹਿੰਦੇ ਕਿ ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਮਹਾਰਾਜ ਕਹਿੰਦੇ ਸਿੱਖ ਪਰਉਪਕਾਰੀ ਹੈ, ਸਿੱਖ ਕਿਸੇ ਦੀ ਨਿੰਦਾ ਨਹੀਂ ਕਰਦਾ ਤੇ ਸਿੱਖ ਕਿਸੇ ਦਾ ਮਾੜਾ ਨਹੀਂ ਚਿਤਵਦਾ। ਅੱਗੇ ਕੱਲ ਦੇ ਦੀਵਾਨਾਂ 'ਚ ਸਮੂਹ ਸੰਗਤਾਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।